ਪੰਡਿਤ ਜਵਾਹਰ ਲਾਲ ਨਹਿਰੂ ਇੱਕ ਸ਼ਹਿਰ ਵਸਾਉਂਦੇ ਨੇ ਆਜ਼ਾਦ ਭਾਰਤ ਦੇ ਵਿੱਚ, ਇੱਕ ਮਾਡਰਨ ਸ਼ਹਿਰ ਵਸਾਉਂਦੇ ਨੇ ਔਰ ਉਹਦਾ ਨਾਮ ਰੱਖਦੇ ਨੇ ਚੰਡੀਗੜ੍ਹ। ਔਰ ਨਾਲ ਆਪਣੇ ਭਾਸ਼ਣ ਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬੀਆਂ ਦੀ ਸੂਰਬੀਰਤਾ ਨਾਲ ਭਰੀ ਹੋਈ ਰੂਹ ਦਾ ਪ੍ਰਤੀਕ ਹੈ ਇਹ ਸ਼ਹਿਰ ਚੰਡੀਗੜ੍ਹ। ਚੰਡੀਗੜ੍ਹ ਦਾ ਮੁੱਦਾ 56 ਸਾਲਾਂ ਤੋਂ ਚੱਲ ਰਿਹਾ ਹੈ ਔਰ ਹਜੇ ਵੀ ਟੋਟਲੀ ਫਰੈਸ਼ ਹੈ। ਇਸ ਪੂਰੇ ਮੁੱਦੇ ਤੇ ਸਿਆਸਤ ਕੀ ਹੈ, ਇਹ ਹੋਲ ਡਿਸਪਿਊਟ ਚੰਡੀਗੜ੍ਹ, ਪੰਜਾਬ, ਹਰਿਆਣਾ ਔਰ ਹੁਣ ਹਿਮਾਚਲ ਵੀ ਵਿੱਚ ਆ ਗਿਆ, ਪਲੱਸ ਹੁਣ ਚੰਡੀਗੜ੍ਹ ਵੀ ਕਹਿੰਦਾ ਚੰਡੀਗੜ੍ਹ ਇਸ ਚੰਡੀਗੜ੍ਹ ਨਾਲ ਦਿੱਲੀ, ਇਹ ਸਾਰੇ ਦਾ ਸਾਰਾ ਡਿਸਪਿਊਟ ਕੀ ਹੈ ਇਹਨੂੰ ਐਕਸਪਲੇਨ ਕਰਨ ਦੇ ਲਈ ਇਹ ਮੈਂ ਵੀਡੀਓ ਬਣਾ ਰਹੀ ਹਾਂ, ਕਿਉਂਕਿ ਆਈ ਨੋ ਹਰ ਕੋਈ ਚੰਡੀਗੜ੍ਹ ਦੇ ਡਿਸਪਿਊਟ ਨੂੰ ਗਹਿਰਾਈ ਦੇ ਨਾਲ ਸਮਝਣਾ ਚਾਹੁੰਦਾ ਹੈ। ਸੋ ਇਹ ਵੀਡੀਓ ਚਾਹੇ ਲੰਬੀ ਹੋ ਜਾਏ ਬਟ ਮੈਂ ਇਸ ਵੀਡੀਓ ਦੇ ਵਿੱਚ ਪੂਰਾ ਚੰਡੀਗੜ੍ਹ ਦਾ ਡਿਸਪਿਊਟ ਜੋ ਹੈ ਉਹਨੂੰ ਕਵਰ ਕਰਾਂਗੀ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਇਸ ਚੀਜ਼ ਦੀ ਗਹਿਰਾਈ ਤੱਕ ਲੱਗ ਸਕੇ। ਨਾਲ ਹੀ ਕਿੱਦਾਂ ਦੇ ਸਮਾਜਿਕ ਦ੍ਰਿਸ਼ ਸੀਗੇ ਉਸ ਟਾਈਮ ਔਰ ਕਿੱਦਾਂ ਦੀ ਰਾਜਨੀਤੀ ਸੀ, ਕਿਉਂਕਿ ਰਾਜਨੀਤੀ ਨੇ ਬਹੁਤ ਕੁਝ ਡਿਸਾਈਡ ਕੀਤਾ ਜਾਂ ਐਟ ਦੀ ਐਂਡ ਆਫ ਦਿਸ ਵੀਡੀਓ ਤੁਹਾਨੂੰ ਸਮਝ ਆਏਗਾ ਕਿ ਰਾਜਨੀਤੀ ਵੱਲੋਂ ਹੀ ਇਹ ਸਾਰਾ ਡਿਸਪਿਊਟ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਸੀ। ਚੰਡੀਗੜ੍ਹ ਦੇ ਡਿਸਪਿਊਟ ਨੂੰ ਸਮਝਣ ਦੇ ਲਈ ਆਪਾਂ ਨੂੰ ਥੋੜੀ ਜਿਹੀ ਬੈਕਗ੍ਰਾਉਂਡ ਵੀ ਸਮਝਣੀ ਪਏਗੀ। 1966 ਦੇ ਵਿੱਚ ਇੰਦਰਾ ਗਾਂਧੀ ਸਰਕਾਰ ਇੱਕ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਲਿਆ ਕੇ ਪੰਜਾਬ ਨੂੰ ਡਾਇਸੈਕਟ ਕਰਦੀ ਹੈ 4 ਭਾਗਾਂ ਦੇ ਵਿੱਚ। ਪੰਜਾਬ 'ਚੋਂ ਇੱਕ ਛੋਟਾ ਜਿਹਾ ਪੰਜਾਬ ਕੱਢ ਦਿੱਤਾ ਜਾਂਦਾ ਹੈ, ਹਰਿਆਣਾ ਕੱਢ ਦਿੱਤਾ ਜਾਂਦਾ, ਹਿਮਾਚਲ ਪ੍ਰਦੇਸ਼ ਔਰ ਚੰਡੀਗੜ੍ਹ ਕੱਢ ਦਿੱਤਾ ਜਾਂਦਾ ਹੈ। 1966 ਦਾ ਇਹ ਐਕਟ ਲਿਆਉਣ ਦੀ ਜ਼ਰੂਰਤ ਕਿਉਂ ਪਈ, ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਲੱਭਦੇ ਹਾਂ। ਪੰਜਾਬੀ ਸੂਬਾ ਮੂਵਮੈਂਟ ਤੁਸੀਂ ਸਭ ਨੇ ਸੁਣਿਆ ਹੋਵੇਗਾ, ਖੈਰ ਉਹਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ, ਪਰ ਪੰਜਾਬੀ ਸੂਬਾ ਮੂਵਮੈਂਟ ਬਹੁਤ ਲੰਬਾ ਸਮਾਂ ਪੰਜਾਬ ਦੇ ਵਿੱਚ ਚੱਲੀ। ਲਗਭਗ 1950 ਤੋਂ ਸ਼ੁਰੂ ਹੋ ਕੇ 1966 ਤੱਕ ਪੰਜਾਬੀ ਸੂਬਾ ਮੂਵਮੈਂਟ ਚੱਲੀ। ਕਿਹਨਾਂ ਨੇ ਚਲਾਈ? ਅਕਾਲੀ ਲੀਡਰਸ਼ਿਪ। ਅਕਾਲੀ ਲੀਡਰਸ਼ਿਪ ਕੌਣ ਸੀ? ਅਕਾਲੀ ਲੀਡਰਸ਼ਿਪ 1920 ਦੇ ਗੁਰਦੁਆਰੇ ਜਿਹੜੇ ਸੰਭਾਲ ਲਹਿਰ ਦੇ ਲਈ ਔਰ ਗੁਰਦੁਆਰਾ ਲਹਿਰ ਸੀ ਉਹਦੇ ਵਿੱਚੋਂ ਨਿਕਲਦੀ ਹੈ SGPC ਜਿਹੜੀ ਗੁਰਦੁਆਰਿਆਂ ਦਾ ਕਾਰਜਭਾਰ ਸੰਭਾਲਦੀ ਔਰ ਨਾਲ ਇੱਕ ਪੋਲੀਟੀਕਲ ਵਿੰਗ to address the issues of Sikh identity and Sikh issues। ਅਕਾਲੀ ਦਲ ਇੱਕ ਪੋਲੀਟੀਕਲ ਵਿੰਗ ਬਣਦਾ ਹੈ। ਸੋ ਅਕਾਲੀ ਦਲ ਜਿਹੜਾ ਉਹਨੇ ਵੰਡ ਦੇ ਸਮੇਂ 'ਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਮਾਸਟਰ ਤਾਰਾ ਸਿੰਘ, ਉਹਨਾਂ ਕੋਲ ਆਪਸ਼ਨ ਸੀ ਆਈਦਰ ਗੋ ਵਿਦ ਪਾਕਿਸਤਾਨ ਔਰ ਵਿਦ ਇੰਡੀਆ, ਉਹਨਾਂ ਨੇ ਇੰਡੀਆ ਚੂਜ਼ ਕੀਤਾ ਇਸ ਵਾਅਦੇ ਦੇ ਨਾਲ, ਕਿਉਂਕਿ ਪੰਡਿਤ ਨਹਿਰੂ ਜੀ ਨੇ ਕਿਹਾ ਸੀ ਕਿ ਇਹਦੇ ਵਿੱਚ ਮਾਈਨੋਰਿਟੀਜ਼ ਦਾ ਧਿਆਨ ਰੱਖਿਆ ਜਾਏਗਾ ਔਰ ਫੁੱਲ ਆਟੋਨੋਮੀ ਸਟੇਟਸ ਨੂੰ ਦਿੱਤੀ ਜਾਏਗੀ ਔਰ ਜਿਹੜੇ ਸਿੱਖ ਆ ਇਹਨਾਂ ਨੂੰ ਇੱਕ ਖਿੱਤਾ ਨਾਰਥ ਦੇ ਵਿੱਚ ਆਪਣਾ ਸੂਬਾ ਦੇ ਦਿੱਤਾ ਜਾਊਗਾ। ਇਹ ਵਾਅਦੇ ਸੀ। ਇਸ ਕਰਕੇ ਮਾਸਟਰ ਤਾਰਾ ਸਿੰਘ ਜੀ ਜਦੋਂ 1950-52 ਦੇ ਵਿੱਚ ਇਹ ਮੰਗ ਦੁਆਰਾ ਰੱਖਦੇ ਨੇ ਤਾਂ ਉਸ ਟਾਈਮ ਉਹਨਾਂ ਨੂੰ ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਨਹੀਂ, ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਰੀਜਨਲ ਪਾਰਟੀ ਸੀ ਅਕਾਲੀ ਦਲ ਔਰ ਅਕਾਲੀ ਦਲ ਪੰਜਾਬੀ ਸੂਬੇ ਦੀ ਮੰਗ ਕਰਦਾ ਸੀ। ਪੰਜਾਬੀ ਸੂਬੇ ਦੀ ਮੰਗ ਅਕਾਲੀ ਦਲ ਕਿਉਂ ਕਰਦਾ ਸੀ ਉਹਦੇ ਕਾਰਨਾਂ ਤੇ ਆਪਾਂ ਨਿਗਾਹ ਮਾਰਦੇ ਹਾਂ। ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਜਦੋਂ ਵੰਡ ਹੋਈ ਸੀ, ਵੰਡ ਦੇ ਸਮੇਂ ਜਦੋਂ ਮਾਸਟਰ ਤਾਰਾ ਸਿੰਘ ਜੀ ਨੇ ਇੰਡੀਆ ਚੁਣਿਆ ਨਾ ਕਿ ਪਾਕਿਸਤਾਨ ਚੁਣਿਆ, ਮਾਸਟਰ ਤਾਰਾ ਸਿੰਘ ਅਕਾਲੀ ਲੀਡਰ ਸੀ ਜਿਨ੍ਹਾਂ ਦਾ ਨਾਮ ਵਾਰ-ਵਾਰ ਅੱਗੇ ਆਏਗਾ। ਮਾਸਟਰ ਤਾਰਾ ਸਿੰਘ ਜੀ ਨੇ ਇੰਡੀਆ ਚੁਣਿਆ ਔਰ ਉਹਨਾਂ ਦੇ ਨਾਲ ਪੰਡਿਤ ਨਹਿਰੂ ਜੀ ਨੇ ਔਰ ਮਹਾਤਮਾ ਗਾਂਧੀ ਜੀ ਦੇ ਕੁਝ ਵਾਅਦੇ ਸੀ, ਜਿਹੜੇ ਵਾਅਦੇ ਕਹਿੰਦੇ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਦੇ ਲਈ ਇੱਕ ਅਲੱਗ ਸੂਬਾ, ਇੱਕ ਅਲੱਗ ਖਿੱਤਾ ਹੋਏਗਾ ਜਿਹੜੇ ਸਿੱਖ ਆ ਉਹ ਵੀ ਆਜ਼ਾਦੀ ਦਾ ਜਿਹੜਾ ਗਲੋ ਆ ਉਹ ਮਾਣ ਸਕਣ। ਸੋ ਇੱਕ ਤਾਂ ਇਹ ਵਾਅਦਾ ਸੀ ਜਿਹਦੇ ਕਰਕੇ ਪੰਜਾਬੀ ਸੂਬੇ ਦੀ ਮੰਗ ਉੱਠੀ। ਦੂਸਰਾ ਕਾਰਨ ਪੰਜਾਬੀ ਸੂਬੇ ਮੰਗ ਦਾ ਇਹ ਸੀ ਕਿ ਭਾਰਤ ਦਾ ਸੰਵਿਧਾਨ ਬਣਦਾ ਔਰ ਭਾਰਤ ਦਾ ਸੰਵਿਧਾਨ ਸੈਕੂਲਰ ਬਣਦਾ, ਇੰਡੀਆ ਸੈਕੂਲਰ ਕੰਟਰੀ ਬਣਦਾ, ਉਹਦੇ ਵਿੱਚ ਧਰਮ ਤੇ ਆਧਾਰਿਤ ਕਿਸੇ ਵੀ ਸੂਬੇ ਦੀ ਵੰਡ ਨਹੀਂ ਹੋ ਸਕਦੀ ਸੀ। ਇਸ ਕਰਕੇ ਇਹ ਸਾਰੇ ਨੈਰੇਟਿਵ ਨੂੰ ਭਾਸ਼ਾ ਤੇ ਆਧਾਰਿਤ ਸੂਬਾ ਬਣਾਉਣ ਦੀ ਮੰਗ ਦੇ ਵਿੱਚ, ਮਤਲਬ ਪੰਜਾਬੀ ਸੂਬਾ ਮੂਵਮੈਂਟ ਇਹਨੂੰ ਲੈ ਆਂਦਾ ਗਿਆ। ਖੁਸ਼ਵੰਤ ਸਿੰਘ ਜੀ ਆਪਣੀ ਕਿਤਾਬ 'ਚ ਕਹਿੰਦੇ ਨੇ ਕਿ ਪੰਜਾਬੀ ਬੋਲਦਾ ਸੂਬਾ ਤਾਂ ਇੱਕ ਸ਼ੂਗਰ ਕੋਟਿੰਗ ਸੀ, ਬਟ ਡੀਪ ਇਨਸਾਈਡ ਜਿਹੜਾ ਅਕਾਲੀ ਦਲ ਸੀ ਉਹ ਚਾਹੁੰਦਾ ਸੀ ਕਿ ਸਿੱਖਾਂ ਨੂੰ ਇੱਕ ਅਲੱਗ ਖਿੱਤਾ ਮਿਲੇ, ਬਟ ਅੱਗੇ ਜਾ ਕੇ ਇਹ ਚੀਜ਼ ਆ ਕਿਤੇ ਝੂਠੀ ਵੀ ਲੱਗਦੀ ਹੈ ਉਹ ਕਿਤੇ ਸਹੀ ਵੀ ਲੱਗਦੀ ਹੈ। ਉਸ ਤੋਂ ਬਾਅਦ ਜਿਹੜਾ ਤੀਸਰਾ ਕਾਰਨ ਸੀ ਅਕਾਲੀ ਆਈਡੈਂਟੀਟੀ ਕ੍ਰਾਈਸਿਸ, ਜਿਹੜੀ ਪੰਜਾਬ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਪੰਜਾਬ ਸੀ ਉਹਦੇ ਵਿੱਚ ਵੀ ਇੱਕ ਜਿਹੜਾ ਪੰਜਾਬ ਸੂਬਾ ਸੀ ਉਹ ਹਿੰਦੂ ਮੈਜੋਰਿਟੀ ਸੂਬਾ ਸੀ, ਜਿਹਦੇ ਵਿੱਚ ਜਿਹੜੇ ਸਿੱਖ ਸੀ ਉਹ ਮਾਈਨੋਰਿਟੀ ਸੀ। ਆਪਣੇ ਭਾਰਤ ਦੇ ਵਿੱਚ ਅੱਜ ਵੀ ਮਾਈਨੋਰਿਟੀ ਮੈਜੋਰਿਟੀ ਦੀ ਗੇਮ ਬਹੁਤ ਚੱਲਦੀ ਹੈ, ਪਰ ਇਹ ਜਿਹੜੀ ਮਾਈਨੋਰਿਟੀ ਮੈਜੋਰਿਟੀ ਦੀ ਗੇਮ ਹੈ ਆਪਾਂ ਨੂੰ ਬ੍ਰਿਟਿਸ਼ ਰਾਜ ਵੱਲੋਂ ਦਿੱਤੀ ਗਈ ਹੈ, ਜਿਹਦੇ ਨਾਲ ਜਿਹੜੀ ਮੈਜੋਰਿਟੀ ਆ ਉਹਦਾ ਬੋਲਬਾਲਾ, ਜਿਹੜੀ ਮਾਈਨੋਰਿਟੀ ਉਹਦੀ ਉਹਨੂੰ ਫੀਲ ਹੁੰਦਾ ਕਿ ਉਹਦੀ ਕੋਈ ਸੁਣੀ ਨਹੀਂ ਜਾ ਰਹੀ। ਸੋ ਜਿਹੜੇ ਸਿੱਖ ਸੀ ਉਹਨਾਂ ਦੀ ਇੱਕ ਆਈਡੈਂਟੀਟੀ ਇਸਟੈਬਲਿਸ਼ ਨਹੀਂ ਸੀ ਹੋ ਪਾ ਰਹੀ ਪੋਲੀਟੀਕਲ ਤੌਰ ਤੇ ਵੀ, ਕਿਉਂਕਿ ਅਕਾਲੀ ਦਲ ਇੱਕ ਪੋਲੀਟੀਕਲੀ ਵਿੰਗ ਸੀ ਔਰ ਅਕਾਲੀ ਦਲ ਦੀ ਆਈਡੈਂਟੀਟੀ ਇਸਟੈਬਲਿਸ਼ ਨਹੀਂ ਸੀ ਹੋ ਪਾ ਰਹੀ। ਸਿਰਫ ਔਰ ਸਿਰਫ ਕਾਂਗਰਸ ਦੀ ਡੋਮੀਨੇਸ਼ਨ ਆਲ ਓਵਰ ਇੰਡੀਆ ਜਿਹੜੀ ਸੀ ਹਰ ਥਾਂ ਤੇ ਸੀ ਔਰ ਪੰਜਾਬ ਦੇ ਵਿੱਚ ਵੀ ਕਾਂਗਰਸ ਦੀਆਂ ਸਰਕਾਰਾਂ ਦਾ ਹੀ ਰਾਜ ਬਰਕਰਾਰ ਰਹਿ ਰਿਹਾ ਸੀ। ਉਹਨਾਂ ਦੀ ਮੋਨੋਪੋਲੀ ਨੂੰ ਤੋੜਨਾ ਬਹੁਤ ਮੁਸ਼ਕਿਲ ਸੀ। 1966 ਤੋਂ ਪਹਿਲਾਂ ਤੱਕ ਜਿਹੜੀ ਅਕਾਲੀ ਦਲ ਆ ਉਹ ਕਾਂਗਰਸ ਦੇ ਨਾਲ ਮਿਲ ਕੇ ਹੀ ਚੋਣਾਂ ਲੜਦੀ ਰਹੀ ਹੈ, ਛੋਟੇ ਵਾਲੇ ਸਮਝੌਤੇ ਕਰਕੇ। ਚੌਥਾ ਕਾਰਨ ਪੰਜਾਬੀ ਸੂਬੇ ਦੀ ਮੰਗ ਦਾ ਇਹ ਹੈ ਕਿ ਜਿਹੜੀ
ਅਕਾਲੀ ਲੀਡਰਸ਼ਿਪ ਸੀ ਉਹ ਬਹੁਤ ਸਟਰੋਂਗ ਸੀ। ਉਹਨਾਂ ਦਾ ਜਿਹੜੀ ਪੰਜਾਬ ਦੀ ਜੱਟ ਕਮਿਊਨਿਟੀ ਹੈ, ਜਿਹੜੇ ਪੰਜਾਬ ਦੇ ਜੱਟ ਸਿੱਖ ਕਮਿਊਨਿਟੀ ਹੈ ਜਾਂ ਜਿਹੜੀ ਸਿੱਖ ਕਮਿਊਨਿਟੀ, ਉਹਨਾਂ ਦਾ ਬਹੁਤ ਸਟਰੋਂਗ ਹੋਲਡ ਸੀ, ਕਿਉਂਕਿ ਇੱਕ ਪੈਰਲਲ ਜਥੇਬੰਦੀ ਆ, ਇੱਕ ਆਪਾਂ SGPC ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਇੱਕ ਪਾਵਰ ਸੈਂਟਰ ਹੈ ਜਿਹੜਾ ਸਿੱਖਾਂ ਦਾ ਪਾਵਰ ਸੈਂਟਰ, ਔਰ SGPC ਤੇ ਬਹੁਤ ਸਟਰੋਂਗ ਹੋਲਡ ਅਕਾਲੀ ਦਲ ਦਾ ਸੀ। ਔਰ ਅਕਾਲੀ ਦਲ ਦੇ ਕੋਲ ਬਹੁਤ ਵਧੀਆ ਤੋਂ ਵਧੀਆ ਇੱਕ ਲੀਡਰ ਸੀ ਜਿਹੜੇ ਬੁਲੰਦ ਆਵਾਜ਼ ਦੇ ਨਾਲ ਆਪਣੇ ਹੱਕਾਂ ਦੀ ਗੱਲ, ਸਿੱਖਾਂ ਦੀ ਆਈਡੈਂਟੀਟੀ ਦੇ ਉਹਨਾਂ ਦੀ ਜਿਹੜੇ ਮੁੱਦੇ ਸੀਗੇ, ਉਹਨਾਂ ਦੇ ਜਿਹੜੇ ਹੱਕ ਸੀ, ਉਹਨਾਂ ਦੀ ਗੱਲ ਕਰਦੇ ਸੀ, ਕੋਈ ਨਾ ਕੋਈ ਅੰਦੋਲਨ ਐਜੀਟੇਸ਼ਨ ਛੇੜੀ ਰੱਖਦੇ ਸੀ। ਇਹ ਵੀ ਇੱਕ ਕਾਰਨ ਸੀ ਜਿਹੜਾ ਕਾਂਗਰਸ ਦੇ ਲਈ ਚੈਲੰਜਿੰਗ ਸੀਗਾ। ਪੰਜਵਾਂ ਔਰ ਛੇਵਾਂ ਕਾਰਨ ਇਹ ਹੈ ਕਿ ਜਿਹੜਾ ਭਾਰਤ ਜਦੋਂ ਵੰਡਿਆ ਗਿਆ ਸੀ ਔਰ ਭਾਰਤ ਦਾ ਕਨਸਟੀਟਿਊਸ਼ਨ ਬਣਦਾ, ਉਹਦੇ ਵਿੱਚ ਇਹ ਚੀਜ਼ ਹੈ ਸੀ ਕਿ ਲਿੰਗੁਇਸਟਿਕ ਬੇਸਿਸ ਤੇ ਭਾਸ਼ਾ ਤੇ ਆਧਾਰਿਤ ਜਿਹੜੀਆਂ ਪ੍ਰੋਵਿੰਸਿਸ ਆ ਉਹ ਬਣਾਈਆਂ ਜਾਣਗੀਆਂ। ਬਟ ਉਸੇ ਨਾਲ ਹੀ ਅੱਗੇ ਇੱਕ ਦਾਸ ਕਮਿਸ਼ਨ ਬਣਦਾ ਹੈ ਜਿਹਦਾ ਕੰਮ ਸੀ ਪੂਰੇ ਭਾਰਤ ਦੇ ਵਿੱਚ ਇਹ ਦੇਖਣਾ ਕਿ ਕਿਹੜੇ ਸੂਬੇ ਨੂੰ ਭਾਸ਼ਾ ਤੇ ਆਧਾਰਿਤ ਆਪਾਂ ਵੰਡ ਸਕਦੇ ਔਰ ਵੰਡਣਾ ਚਾਹੀਦਾ। ਜੋ ਵੀ ਉਹ ਕਮਿਸ਼ਨ ਦੀ ਰਿਪੋਰਟ ਸੀ ਉਹਦੇ ਆਧਾਰਿਤ ਹੀ ਕੰਮ ਹੋਣਾ ਸੀ। ਪਰ ਦਾਸ ਕਮਿਸ਼ਨ ਨੇ ਹਰ ਇੱਕ ਸੂਬੇ ਬਾਰੇ ਜਿੱਥੇ ਜ਼ਰੂਰਤ ਸੀ ਭਾਸ਼ਾ ਤੇ ਆਧਾਰਿਤ ਵੰਡ ਹੋਣ ਦੀ ਉਹ ਰਿਕਮੈਂਡੇਸ਼ਨ ਦਿੱਤੀ, ਪਰ ਪੰਜਾਬ ਦੇ ਬਾਰੇ ਉਹਨਾਂ ਨੇ ਕੋਈ ਵੀ ਰਿਕਮੈਂਡੇਸ਼ਨ ਨਹੀਂ ਦਿੱਤੀ। ਉਹ ਪੰਜਾਬ ਨੂੰ ਬਿਲਕੁਲ ਹੀ ਬਾਹਰ ਕੱਢ ਦਿੱਤਾ। ਔਰ ਪੰਜਾਬ ਦੀ ਆਲਰੇਡੀ ਮੰਗ ਸੀ ਕਿ ਭਾਸ਼ਾ ਤੇ ਆਧਾਰਿਤ ਸੂਬਾ ਇੱਕ ਹੋਣਾ ਚਾਹੀਦਾ। ਸੋ ਦਾਸ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹਦੇ ਤੋਂ ਵੀ ਜਿਹੜੀ ਪੰਜਾਬੀ ਲੀਡਰਸ਼ਿਪ ਸੀ, ਅਕਾਲੀ ਲੀਡਰਸ਼ਿਪ ਜੋ ਆਪਾਂ ਗੱਲ ਕਰ ਚੁੱਕੇ ਹਾਂ, ਬਹੁਤ ਮਜ਼ਬੂਤ ਸੀ। ਉਹਨਾਂ ਨੂੰ ਇੱਕ ਵਿਤਕਰਾ ਫੀਲ ਹੋਇਆ, ਜਿਹਦੇ ਕਾਰਨ ਇਹ ਜਿਹੜੀ ਐਜੀਟੇਸ਼ਨ ਸੀ ਜਾਂ ਇੱਕ ਨਾਅਰੇਬਾਜ਼ੀ ਆਪਣੇ ਅਰਾਊਂਡ ਸ਼ੁਰੂ ਹੋਈ ਆਪਣੇ ਪੰਜਾਬੀ ਸਮਾਜ ਦੇ ਵਿੱਚ। ਸੱਤਵਾਂ ਕਾਰਨ ਆਉਂਦਾ ਹੈ ਕਿ ਜਦੋਂ ਇਹੀ ਨਾਅਰੇਬਾਜ਼ੀ ਦਾ ਕਾਰਨ ਹੈ, ਜਦੋਂ 1954-55 ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਨਗਰ ਕੀਰਤਨ ਟਾਈਪ ਪ੍ਰੋਸੈਸ਼ਨ ਹੁੰਦੇ ਸੀ ਜਿਹਦੇ ਵਿੱਚ ਅਕਾਲੀ ਲੀਡਰਸ਼ਿਪ ਜਾਂਦੀ ਸੀ, ਤਾਂ ਉਸ ਟਾਈਮ ਪੰਜਾਬ ਪੁਲਿਸ ਵੱਲੋਂ ਬੈਨ ਲਗਾ ਦਿੱਤਾ ਗਿਆ ਸੀ ਇਸ ਸਲੋਗਨ ਤੇ ਕਿ ਕੋਈ ਵੀ ਇਹ ਸਲੋਗਨ ਨਹੀਂ ਵਜਾਏਗਾ ਕਿ ਪੰਜਾਬੀ ਸੂਬਾ ਜ਼ਿੰਦਾਬਾਦ। ਸੋ ਇਸ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਬੈਨ ਲੱਗਣ ਦੇ ਨਾਲ ਇੱਕ ਐਜੀਟੇਸ਼ਨ ਕਰਦੀ ਆ ਅਕਾਲੀ ਲੀਡਰਸ਼ਿਪ, ਜਿਹਦੇ ਵਿੱਚ ਉਹ ਗ੍ਰਿਫਤਾਰੀਆਂ ਦਿੰਦੇ ਆ। ਔਰ ਉਸ ਗ੍ਰਿਫਤਾਰੀਆਂ ਦਾ ਬਾਅਦ ਵਿੱਚ ਐਜੀਟੇਸ਼ਨ ਦਾ ਸਿੱਟਾ ਨਿਕਲਦਾ ਹੈ ਕਿ ਇੱਕ ਵਾਰੀ 1984 ਤੋਂ ਪਹਿਲਾਂ ਪੰਜਾਬ ਪੁਲਿਸ ਜਿਹੜੀ ਹੁੰਦੀ ਹੈ ਹਰਿਮੰਦਰ ਸਾਹਿਬ 'ਚ ਜਾ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਔਰ ਪੁਲਿਸ ਉੱਥੇ ਜਾਂਦੀ ਹੈ। ਔਰ ਇੱਕ ਤਰ੍ਹਾਂ ਨਾਲ ਇਹ ਜਿਹੜੀ ਆ ਅਕਾਲੀ ਦਲ ਨੇ ਬੇਅਦਬੀ ਸਮਝੀ ਹੈ ਜਾਂ ਸਿੱਖ ਸੰਗਤ ਨੇ ਇਹਨੂੰ ਬੇਅਦਬੀ ਸਮਝਿਆ ਕਿ ਪੁਲਿਸ ਜਿਹੜੀ ਆ ਉਹ ਗੁਰਦੁਆਰੇ 'ਚ ਇੰਟਰਫੇਰੈਂਸ ਕਰ ਰਹੀ ਹੈ। ਸੋ ਇਹ ਵੀ ਇੱਕ ਕਾਰਨ ਸੀ ਜਿਹਦੇ ਨਾਲ ਐਜੀਟੇਸ਼ਨ ਜਿਹੜੀ ਆ, ਜੋ ਕਿ ਟੋਟਲੀ ਨੌਨ ਵਾਇਲੈਂਟ ਸੀ, ਕੋਈ ਖੂਨ ਖਰਾਬਾ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਨਹੀਂ ਸੀ, ਟੋਟਲੀ ਨੌਨ ਵਾਇਲੈਂਟ ਸੀ ਐਜੀਟੇਸ਼ਨ। ਇਹੀ ਕਾਰਨ ਸੀ ਕਿ ਪੰਜਾਬੀ ਸੂਬਾ ਮੂਵਮੈਂਟ ਇੱਕ ਤਰ੍ਹਾਂ ਦੇ ਨਾਲ ਸਕਸੈਸਫੁਲ ਰਹਿੰਦੀ ਹੈ। ਅੱਠਵਾਂ ਔਰ ਆਖਰੀ ਕਾਰਨ ਮੈਂ ਇਸ ਵੀਡੀਓ ਦੇ ਵਿੱਚ ਇਹ ਦਵਾਂਗੀ ਕਿ ਜਿਹੜਾ ਪੰਜਾਬ ਆ ਉਹਦਾ ਉਸ ਟਾਈਮ ਦਾ ਸਮਾਜਿਕ ਦ੍ਰਿਸ਼ ਇੱਦਾਂ ਦਾ ਹੋ ਚੁੱਕਾ ਸੀ, ਜਿਹਦੇ ਵਿੱਚ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਜਿਹੜੇ ਪੰਜਾਬੀ ਔਰ ਹਿੰਦੂ ਸੀ ਇਹ ਇਕੱਠੇ ਹੋ ਕੇ ਮੁਸਲਿਮ ਕਮਿਊਨਿਟੀ ਦੇ ਖਿਲਾਫ, ਕਿਉਂਕਿ ਬਹੁਤ ਤਰ੍ਹਾਂ ਦੇ ਦੰਗੇ ਫਸਾਦ ਉੱਥੇ ਸੀ, ਉਹਨਾਂ ਦੇ ਖਿਲਾਫ ਲੜਦੇ ਸੀ। ਪਰ ਵੰਡ ਤੋਂ ਬਾਅਦ 1947 ਤੋਂ ਬਾਅਦ ਪੰਜਾਬ ਦਾ ਸਮਾਜਿਕ ਦ੍ਰਿਸ਼ ਇੱਦਾਂ ਦਾ ਹੋ ਗਿਆ ਕਿ ਪੰਜਾਬੀ ਸਿੱਖ ਐਂਡ ਹਿੰਦੂ ਡਿਵਾਈਡ ਆਪਸ 'ਚ ਕ੍ਰੀਏਟ ਹੋ ਗਿਆ। ਸੋ ਇੱਕ ਪਾਸੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਚੱਲ ਕੇ ਪੰਜਾਬੀ ਸੂਬਾ ਮੂਵਮੈਂਟ, ਔਰ ਦੂਸਰੇ ਪਾਸੇ ਨਾਲ ਹੀ ਪੈਰਲਰ ਇੱਕ ਮੂਵਮੈਂਟ ਚੱਲੀ ਹੈ ਜਿਹੜੀ ਸੀ ਹਿੰਦੁਸਤਾਨ ਮੂਵਮੈਂਟ, ਜਿਹਦੇ ਵਿੱਚ ਹਿੰਦੀ ਨੂੰ ਬਚਾਉਣ ਦੇ ਲਈ ਇੱਕ ਪੈਰਲਰ ਮੂਵਮੈਂਟ ਚੱਲਦੀ ਹੈ। ਸੋ ਇੱਥੇ ਦੋ ਤਰ੍ਹਾਂ ਦੇ ਆਈਡੀਆਜ਼ ਇਮਰਜ ਹੁੰਦੇ ਆ। ਜਿਹੜੇ ਪੰਜਾਬੀ ਸਪੀਕਿੰਗ ਸੀ ਉਹ ਪੰਜਾਬੀ ਬੋਲਦੇ ਸੂਬੇ ਦੀ ਮੰਗ ਕਰਦੇ ਸੀ, ਔਰ ਜਿਹੜੇ ਹਿੰਦੀ ਸਪੀਕਿੰਗ ਸੀ ਜਾਂ ਜਿਹੜੇ ਹਿੰਦੀ ਅੰਦੋਲਨ ਲੜਦੇ ਸੀ ਉਹ ਸੀ ਜਨਸੰਘ, ਆਰਿਆ ਸਮਾਜੀ ਐਂਡ ਹੋਰ ਇੱਕ ਦੋ ਨਾਲ ਵਿਸ਼ਵ ਹਿੰਦੂ ਪਰਿਸ਼ਦ, ਇੱਦਾਂ ਦੀਆਂ ਜਥੇਬੰਦੀਆਂ ਸੀਗੀਆਂ। ਸੋ ਉਹ ਜਿਹੜੇ ਅੰਦੋਲਨ ਲੜਦੇ ਔਰ ਉਹਨਾਂ ਦੀ ਮੰਗ ਹੁੰਦੀ ਹੈ ਕਿ ਜਿਹੜਾ ਪੰਜਾਬ ਹੈ ਇਹਨੂੰ ਵੰਡਿਆ ਨਹੀਂ ਜਾਣਾ ਚਾਹੀਦਾ, ਬਲਕਿ ਇਹਨੂੰ ਮਹਾ ਪੰਜਾਬ ਬਣਾਉਣਾ ਚਾਹੀਦਾ, ਔਰ ਜਿਹੜੇ ਹਿਮਾਚਲ ਦੇ ਜਾਂ ਹੋਰ ਏਰੀਆਜ਼ ਆ ਉਹ ਵੀ ਪੰਜਾਬ ਦੇ ਵਿੱਚ ਮਿਲਾ ਦੇਣੇ ਚਾਹੀਦੇ ਆ। ਨਾਲ ਹੀ 1957 ਦੇ ਵਿੱਚ ਪੰਜਾਬ ਨੂੰ ਬਾਈਲਿੰਗੁਅਲ ਸਟੇਟ ਘੋਸ਼ਿਤ ਕਰ ਦਿੱਤਾ ਜਾਂਦਾ। ਇਹਦੇ ਵਿੱਚ ਇਲਾਕੇ ਵੰਡ ਦਿੱਤੇ ਜਾਂਦੇ ਆ, ਰੀਜਨ ਵੰਡ ਦਿੱਤੇ ਜਾਂਦੇ ਆ ਕਿ ਇੱਥੇ ਹਿੰਦੀ ਭਾਸ਼ਾ ਚੱਲੂਗੀ ਔਰ ਜਿਹੜੇ ਬਾਕੀ ਆ ਜਿਹੜੇ ਏਰੀਆਜ਼ ਆ ਉੱਥੇ ਪੰਜਾਬੀ ਭਾਸ਼ਾ ਚੱਲੂਗੀ। ਸੋ ਇੱਕ ਤਰ੍ਹਾਂ ਨਾਲ ਪੰਜਾਬ 1957 ਦੇ ਵਿੱਚ ਹੀ ਇੱਕ ਨਾਨ ਓਫੀਸ਼ੀਅਲ ਤਰ੍ਹਾਂ ਵੰਡ ਦਿੱਤਾ ਗਿਆ ਸੀ ਭਾਸ਼ਾ ਤੇ ਆਧਾਰਿਤ ਪੰਜਾਬੀ ਸੂਬੇ ਐਂਡ ਹਿੰਦੀ ਸਪੀਕਿੰਗ ਸੂਬੇ। ਉਹੀ ਹਿੰਦੀ ਸਪੀਕਿੰਗ ਸੂਬੇ ਅੱਜ ਜ਼ਿਆਦਾਤਰ ਹਰਿਆਣਾ ਦੇ ਵਿੱਚ, ਔਰ ਉਹੀ ਪੰਜਾਬੀ ਸਪੀਕਿੰਗ ਸੂਬਿਆਂ ਦਾ ਬਾਅਦ ਵਿੱਚ ਪੰਜਾਬ ਅਲੱਗ ਤੋਂ ਇੱਕ ਛੋਟਾ ਜਿਹਾ ਸੂਬਾ ਰਹਿ ਜਾਂਦਾ ਹੈ। ਸੋ ਗੱਲ ਅੱਗੇ ਆਉਂਦੀ ਆ ਫਾਈਨਲੀ 1966 ਦੇ ਵਿੱਚ ਇਹ ਜਿਹੜੀ ਮੰਗ ਆ ਮੰਨ ਲਈ ਜਾਂਦੀ ਹੈ ਔਰ ਪੰਜਾਬ ਦੀ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ ਉਹ ਆ ਜਾਂਦਾ ਔਰ ਪੰਜਾਬ ਨੂੰ ਫਿਰ ਵੰਡ ਦਿੱਤਾ ਜਾਂਦਾ ਹੈ। ਇਸ ਟਾਈਮ ਇੱਕ ਜਿਹੜੀ ਵਹਿਮ ਕਹਿ ਲਓ ਜਾਂ ਇਹ ਸੱਚਾਈ ਵੀ ਕਹਿ ਲਓ, ਮੈਂ ਤੁਹਾਨੂੰ ਉਹਦੇ ਪ੍ਰੂਫ ਵੀ ਦੇਵਾਂਗੀ। ਇਹ ਚੀਜ਼ ਕਹੀ ਜਾਂਦੀ ਸੀ ਕਿ ਜਿਹੜੀ ਇੰਦਰਾ ਗਾਂਧੀ ਸਰਕਾਰ ਹੈ, ਇੰਦਰਾ ਗਾਂਧੀ ਹਰਸੈਲਫ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਪੰਡਿਤ ਜਵਾਹਰ ਲਾਲ ਨਹਿਰੂ ਇਹ ਨਹੀਂ ਸੀ ਚਾਹੁੰਦੇ ਕਿ ਪੰਜਾਬੀਆਂ ਨੂੰ ਇਹ ਪੰਜਾਬੀ ਸਪੀਕਿੰਗ ਸੂਬਾ ਅਲੱਗ ਤੋਂ ਮਿਲੇ।
उन सिखां दी ਆਟੋਨੋਮੀ ना मिले उन्होंने ये चीज़ का जिहड़ा नैरेटिव सी उस टाइम ते बहुत खूब लोगों के विच सी और उही नैरेटिव अज दे समय दे विच भी आपां देखदे हां वो चलदा आ रहा जिहदे विच कांग्रेस सरकार नूं दिल्ली दी कांग्रेस सरकार दी उस टाइम दी जिहड़ी सी उहनूं दोषी ठहराया जांदा। ਇਹਦੇ ਪ੍ਰੂਫ मैं ਤੁਹਾਨੂੰ ਦਿੰਨੀ ਆ कि जो मैं अपनी रिसर्च ਦੇ ਵਿੱਚ ਲੱਭ ਪਈ ਹਾਂ। ਸਭ ਤੋਂ ਪਹਿਲਾ ਪ੍ਰੂਫ ਆਉਂਦਾ ਹੈ कि इंदिरा गांधी अपनी खुद की किताब द ट्रुथ ਦੇ ਵਿੱਚ ਲਿਖਦੇ ਆ कि मैं पंजाबी सूबा के फेवर च नहीं सी। क्यों नहीं सी? क्योंकि मेरे फादर पंजाबी सूबा के फेवर दे विच नहीं सी। सो ये चीज़ सब तो पहला उन्होंने अपनी किताब दे विच लिख दी। दूसरा तत्थ जिहड़ा दिखाउंदा है कि कांग्रेस सरकार नहीं चाहुंदी सी, खास तौर पर प्राइम मिनिस्टर इंदिरा गांधी नहीं चाहुंदे सी कि पंजाबी बोलदा इलाका मिले। वो ये सीगा कि जदों हुकम सिंह की रिपोर्ट आने वाली सी, हुकम सिंह लोक सभा स्पीकर सीगे जिन्हां दी पार्लीमेंटरी कमेटी दे चेयरपर्सन सी, जिस कमेटी नूं ये जिम्मेवारी लई गई सी कि टू डिसाइड वैदर पंजाब की वंड होनी चाहिए है कि नहीं होनी चाहिए, भी पंजाबी स्पीकिंग सूबा अलग तो मिलना चाहिए कि नहीं मिलना चाहिए। तो उस कमेटी की हुकम सिंह की रिपोर्ट जिहड़ी सी इंदिरा गांधी अपनी किताब खुद लिखते हैं कि मैनू एंटीसीपेशन सी कि ये रिपोर्ट आएगी ये सिखां दे हक दे विच आएगी और इंदिरा गांधी ने कहा कि मैनू अपनी हिंदू वोट दे लॉस का डर सी, इस करके मैं इस रिपोर्ट नूं हुकम सिंह की रिपोर्ट जिहड़ी उन्हां दी कमेटी दी सी उन्नू कई तरह दे नाल इन्फ्लुएंस करन दी कोशिश की और मैं उस समय दे होम मिनिस्टर नूं भी भेजिया कि तुसी हुकम सिंह नाल जाके किसी तरह इस रिपोर्ट नूं डिले कराओ या ये रिपोर्ट सीधी जिहड़ी आ उन्हां दे कोल आवे। सो ये एक दो बहुत वड्डे उन्हां दे अपने लिखे हुए प्रूफ है जिहड़े दिखाउंदे आ कि वो फेवर दे विच नहीं सी। बट 1966 दे विच इदां दा की होया कि प्राइम मिनिस्टर इंदिरा गांधी नूं इस जिहड़े चंडीगढ़ आ सारा ਜਾਂ पंजाब की जिहड़ी रीऑर्गेनाइजेशन आ ये क्यों करनी पैंदी है? ਇਹਦੇ कई कारण ਇਹਦੇ ਕਾਰਨ ਇਹ ਹੈ कि एक तो पंजाब दी ਭਾਰਤ ਦੀਆਂ दो जंगां हो चुकियां सी पाकिस्तान दे नाल और जिहड़ी पंजाब की जियोग्राफिकल पोजीशन है वो बॉर्डर स्टेट है, बॉर्डर स्टेट है और नाल ही जिहड़ा पंजाब आ वो खुद दो हिस्सियां च वंडिया गया सी वंड दे दौरान। सो एक डर सी भारत सरकार दे विच कि जिस तरह दो पाकिस्तान वालों दो जंगा हो चुकियां ने, बहुत वड्डे अटैक हो चुके हैं और कन्फ्लिक्ट बहुत वड्डे रहे हैं, इस करके पंजाब दे विच कोई भी डिस्प्यूट खड़ा ना किया जाए, बस इस मसले नूं जल्दी निपटाया जाए। नाल ही जदों भी पाकिस्तान नाल लड़ाई हुई है दे पंजाबियों का योगदान बहुत ज़्यादा सी, जानी योगदान भी उन्होंने अपना बहुत पाया और उन्होंने अपने माल का योगदान भी बहुत पाया, अपनियां शहीदियां भी दित्तियां, कुर्बानियां दित्तियां और जिहड़ा सोना इकट्ठा करने वाली गल तुसीं जानते होंगे पंजाब वालों एक पासे पूरा देश और एक पासे कल्ले पंजाब वालों इन्ना सोना जिहड़ा भारत सरकार नूं दिता गया सी। पंजाब तो उपर सिर्फ गंगानगर सीगा जिहदा ज़्यादा जिहड़ी डोनेशन सरकार नूं गई सी, पर गंगानगर भी ज़्यादातर सिख माइग्रेटरी उत्थे लोग जिहड़े सिख फार्मर आ उही सी। सो एक जिहड़ी इमेज सिखां दी पंजाबियां दी आपां कह लईए जिहड़ी उभर के आई सी वो ये सी कि ये बहुत वड्डे देश भगत है या एक बहुत वड्डा रोल प्ले किया सी पंजाबियों ने, जिहदे कारण ये जिहड़ी प्रिविलेज देनी पंजाबीज़ नूं बनदी सी क्योंकि पंजाबी सूबा मूवमेंट बहुत सालों तो 1952 तो चलती आ रही सी। सो कांग्रेस पार्टी दे विच एक इंटरनल प्रैशर क्रिएट हुंदा इंदिरा गांधी दे उत्ते और इंदिरा गांधी नाल हुकम सिंह की जिहड़ी रिपोर्ट हुंदी है वो रिपोर्ट भी पंजाब दे फेवर च जांदी है। सो इस करके इंदिरा गांधी दी एक प्राइम मिनिस्टर की मजबूरी बन जाती है इस चीज़ नूं कम करना। प्लस इंदिरा गांधी जदों लाल बहादुर शास्त्री सीगे प्राइम मिनिस्टर उन्हां दे अंडर एक कमेटी बनी सी कैबिनेट सब कमेटी और उहदे विच चेयरपर्सन इंदिरा गांधी हरसैल्फ सी, जिस कमेटी का काम यही सीगा कि वैदर पंजाब सूबे की जिहड़ी वंड आ होनी चाहिए कि नहीं होनी चाहिए। बट उस कमेटी का बाद विच कोई खास रोल नहीं रहा, पर जिहड़ी हुकम सिंह की रिपोर्ट सी वो एक बार इंप्लीमेंट सरकार नूं करन बारे सोचण लई मजबूर होना पिया। सो ये कारण सी जिहदे करके इंदिरा गांधी नूं फाइनली पंजाब रीऑर्गेनाइजेशन एक्ट बनाउणा पिया। हुण मेन सवाल कि चंडीगढ़ का डिस्प्यूट किवें पिया, ਇਹਦੇ ਵਿੱਚ डिस्प्यूट कित्थों पा दिता गया चंडीगढ़ का, गल तो पंजाबी बोलदा सूबा देण दी सी। ਜਿਹੜਾ ਇਹ डिस्प्यूट है किवें शुरू हुंदा है कि मार्च 1966 ਦੇ ਵਿੱਚ कांग्रेस वर्किंग कमेटी जिहड़ी आ वो अपना एक रेजोल्यूशन पास कर दिंदी है कि जिहड़ा पंजाबी बोलदा सूबा है वो दिता जाएगा। वो रेजोल्यूशन पास करन तो बाद एक शाह कमीशन बिठाया जाता है कुछ दिनों बाद ही 23 अप्रैल 1966 ਨੂੰ ही शाह कमीशन बिठाया जाता है। जस्टिस शाह एंड होर ਉਹਦੇ ਨਾਲ फिलिप एंड मैथ्यू दो जाने होर ਹੁੰਦੇ ਆ, 3 ਜਾਣਿਆਂ ਦਾ कमीशन बनता है, जिस कमीशन का काम ਹੁੰਦਾ है कि ਤੁਸੀਂ देखना आ कि बाउंडरीज ਕਿਹੜੀਆਂ ਰੱਖੀਆਂ ਜਾਣ ਜਿਹਦੇ आधार ਤੇ ਆਪਾਂ वंड करिए पंजाब और हरियाणा दे विच। और उन्हां दे विच खास ये जो लाइन लिखी गई सी वो लाइन ये सी कि एग्जामिन द एग्जिस्टिंग बाउंडरीज ऑफ
ਹਿੰਦੀ ਐਂਡ ਪੰਜਾਬੀ ਰੀਜਨਸ, ਕਿਉਂਕਿ ਸੱਚਰ ਫਾਰਮੂਲਾ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੀ ਔਰ ਪੰਜਾਬੀ ਰੀਜਨ ਆਲਰੇਡੀ ਬਣ ਚੁੱਕੇ ਸੀ, ਜਿੱਥੇ ਹਿੰਦੀ ਓਫੀਸ਼ੀਅਲ ਲੈਂਗੁਏਜ ਸੀ ਔਰ ਕਈਆਂ ਤੇ ਪੰਜਾਬੀ ਓਫੀਸ਼ੀਅਲ ਲੈਂਗੁਏਜ ਸੀ। ਸੋ ਸ਼ਾਹ ਕਮਿਸ਼ਨ ਦਾ ਕੰਮ ਸੀ ਟੂ ਐਗਜ਼ਾਮਿਨ ਹਿੰਦੀ ਬੋਲਦੇ ਇਲਾਕੇ ਔਰ ਪੰਜਾਬੀ ਬੋਲਦੇ ਇਲਾਕਿਆਂ ਦੀਆਂ ਬਾਉਂਡਰੀਜ਼, ਕਿ ਵੈਦਰ ਕੋਈ ਚੇਂਜ ਕਰਨ ਦੀ ਜ਼ਰੂਰਤ ਆ ਕਿ ਐਜ਼ ਇਟ ਇਜ਼ ਹੀ ਲਾਈਨ ਡਰਾ ਕਰਕੇ ਪੰਜਾਬ ਔਰ ਹਰਿਆਣਾ ਬਣਾ ਦਿੱਤਾ ਜਾਵੇ। ਜਿਹੜਾ ਸ਼ਾਹ ਕਮਿਸ਼ਨ ਸੀ ਇਹਦੇ ਵਿੱਚ ਆ ਕੇ ਇੱਕ ਡਿਸਪਿਊਟ ਆਉਂਦਾ ਹੈ। ਉਹ ਡਿਸਪਿਊਟ ਬਹੁਤ ਵੱਡਾ ਡਿਸਪਿਊਟ ਹੈ, ਆਪਾਂ ਇਹ ਕਹਿ ਸਕਦੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸਾਰੇ ਦਾ ਸਾਰਾ ਡਿਸਪਿਊਟ। 1961 ਦਾ ਇੱਕ ਸੈਂਸਸ ਹੁੰਦਾ ਭਾਰਤ ਦਾ, ਪੰਜਾਬ ਦੇ ਵਿੱਚ ਇੱਕ ਸੈਂਸਸ ਹੁੰਦਾ, ਜਿਹੜਾ ਸੈਂਸਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਉਹ ਸਹੀ ਕਿਉਂ ਨਹੀਂ ਮੰਨਿਆ ਜਾ ਸਕਦਾ? ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੀਆਂ ਮੂਵਮੈਂਟਸ ਪੈਰਲਲ ਚੱਲ ਰਹੀਆਂ ਸੀ। ਇੱਕ ਪਾਸੇ ਪੰਜਾਬੀ ਸੂਬਾ ਮੂਵਮੈਂਟ ਔਰ ਇੱਕ ਪਾਸੇ ਮਹਾ ਪੰਜਾਬ ਮੂਵਮੈਂਟ। ਪੰਜਾਬੀ ਸੂਬਾ ਮੂਵਮੈਂਟ ਸਿੱਖ ਔਰ ਅਕਾਲੀਸ ਵੱਲੋਂ, ਔਰ ਜਿਹੜੀ ਮਹਾ ਪੰਜਾਬ ਮੂਵਮੈਂਟ ਸੀ ਉਹਦੇ ਵਿੱਚ ਜ਼ਿਆਦਾ ਹਿੰਦੀ ਭਾਸ਼ਾ ਦੇ ਸਪੋਰਟਰ ਸੀਗੇ, ਉਹ ਆਪਣੀ ਮੂਵਮੈਂਟ ਚਲਾਉਂਦੇ ਸੀ। ਬਹੁਤ ਨਾਅਰੇਬਾਜ਼ੀਆਂ ਹੁੰਦੀਆਂ ਸੀ ਇੱਕ ਦੂਜੇ ਦੇ ਖਿਲਾਫ, ਧੋਤੀ ਟੋਪੀ ਜਮੁਨਾ ਪਾਰ, ਇੱਦਾਂ ਦੇ ਨਾਅਰੇ ਲੱਗਦੇ ਸੀ। ਇਨਫੈਕਟ ਸਿੱਖਸ ਦੇ ਖਿਲਾਫ ਵੀ ਬਹੁਤ ਤਰ੍ਹਾਂ ਦੇ ਨਾਅਰੇ ਸੀ। ਉਹ ਮੈਂ ਜ਼ਿਆਦਾ ਐਗਜ਼ਾਮਪਲਸ ਇੱਥੇ ਨਹੀਂ ਦੇਣਾ ਚਾਹੁੰਦੀ ਕਿਉਂਕਿ ਆਪਣਾ ਕੰਮ ਹੈ ਸਿਰਫ ਇਸ ਚੀਜ਼ ਨੂੰ ਸਮਝਣਾ। ਸੋ ਇੱਕ ਪੈਰਲਰ ਮੂਵਮੈਂਟ ਸੀ ਜਿੱਥੇ ਹਿੰਦੂ ਵਰਸਸ ਸਿੱਖ ਹੋ ਚੁੱਕਾ ਸੀ। ਸੋ ਬੇਸਿਕਲੀ ਇਹ ਜਿਹੜਾ ਅਸਲ ਫਾਰਮ ਦੇ ਵਿੱਚ ਹਿੰਦੀ ਵਰਸਸ ਪੰਜਾਬੀ ਸੀ। ਸੋ ਜਦੋਂ ਸੈਂਸਸ ਹੋਇਆ 1961 ਦਾ ਸੈਂਸਸ ਹੋਇਆ, ਉਹਦੇ ਵਿੱਚ ਪੰਜਾਬ ਦੇ ਜਿਹੜੇ ਪੰਜਾਬ ਦੀ ਹਿੰਦੂ ਕਮਿਊਨਿਟੀ ਦੇ ਲੋਕ ਸੀ, ਉਹਨਾਂ ਨੂੰ ਇੱਕ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਸੀ ਉਹ ਜਨ ਸੰਘ ਆਰਿਆ ਸਮਾਜ, ਜਿਹੜੇ ਉਸ ਸਮੇਂ ਦੀਆਂ ਹਿੰਦੀ ਜਥੇਬੰਦੀਆਂ ਸੀ, ਉਹਨਾਂ ਵੱਲੋਂ ਇਹ ਪਾਇਆ ਗਿਆ ਕਿ ਤੁਸੀਂ ਆਪਣੀ ਮਾਤਰ ਭਾਸ਼ਾ ਹਿੰਦੀ ਲਿਖਾਓਗੇ, ਪੰਜਾਬੀ ਨਹੀਂ। ਜਦ ਕਿ ਉਹਨਾਂ ਦੀ ਭਾਸ਼ਾ ਜਿਹੜੀ ਸੀ ਉਹ ਪੰਜਾਬੀ ਸੀ, ਉਹਨਾਂ ਦੀ ਮਦਰ ਟੰਗ ਪੰਜਾਬੀ ਸੀ। ਪੰਜਾਬੀ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਵੀ ਸਿੱਖਾਂ ਦੀ ਇਕੱਲੀ ਭਾਸ਼ਾ ਨਹੀਂ ਹੈ, ਪੂਰੇ ਪੰਜਾਬ ਦੀ ਭਾਸ਼ਾ। ਸੋ ਪੰਜਾਬ 'ਚ ਜਿੰਨੀਆਂ ਵੀ ਕਮਿਊਨਿਟੀਜ਼ ਆ ਆਲਮੋਸਟ ਸਭ ਦੀ ਭਾਸ਼ਾ ਪੰਜਾਬੀ ਹੈ। ਬਟ ਇਸ ਟਾਈਮ ਇੱਕ ਇਹ ਧੋਖਾਧੜੀ ਜਿਹੜੀ ਮੰਨੀ ਜਾਂਦੀ ਸੀ ਕਿ ਜਿਹੜਾ 1961 ਦਾ ਸੈਂਸਸ ਆ ਇਹ ਵੈਲਿਡ ਸੈਂਸਸ ਨਹੀਂ ਹੋ ਸਕਦਾ। ਪਰ ਸ਼ਾਹ ਕਮਿਸ਼ਨ ਨੂੰ ਇਹ ਰਿਕਮੈਂਡੇਸ਼ਨ ਦਿੱਤੀ ਗਈ ਕਿ ਉਹ ਜਿਹੜਾ ਆਪਣਾ ਆਧਾਰ ਹੈ ਉਹ 1961 ਦਾ ਸੈਂਸਸ ਬਣਾਵੇ। ਸੋ 1961 ਦਾ ਸੈਂਸਸ ਜਿਹਦੇ ਵਿੱਚ ਡਾਟਾ ਸਹੀ ਨਹੀਂ ਸੀ, ਜਿਹਦੇ ਵਿੱਚ ਜਿਹੜੇ ਪੰਜਾਬੀ ਬੋਲਦੇ ਸੀ ਉਹਨਾਂ ਨੇ ਵੀ ਆਪਣੀ ਮਾਤਰ ਭਾਸ਼ਾ ਹਿੰਦੀ ਲਿਖਾ ਦਿੱਤੀ ਸੀ। ਸੋ ਉਹਦੇ ਆਧਾਰ 'ਤੇ ਜਿਹੜੀ ਸ਼ਾਹ ਕਮਿਸ਼ਨ ਨੇ ਅੱਗੇ ਪੰਜਾਬ ਦੀਆਂ ਹੱਦਾਂ, ਜਿਹੜੀਆਂ ਹਰਿਆਣੇ ਤੇ ਪੰਜਾਬ ਦੀਆਂ ਹੱਦਾਂ ਸੀ, ਬਾਉਂਡਰੀ ਸੀ, ਉਹ ਤੈਅ ਕਰਨੀਆਂ ਸੀ, ਜਿਹੜਾ ਆਪਣੇ ਆਪ 'ਚ ਇੱਕ ਡਿਸਪਿਊਟ ਖੜਾ ਕਰਦੀਆਂ ਨੇ। ਸ਼ਾਹ ਕਮਿਸ਼ਨ ਹੀ ਪਹਿਲਾ ਕਮਿਸ਼ਨ ਸੀ ਆਪਣਾ ਜਿਹਨੇ ਚੰਡੀਗੜ੍ਹ ਨੂੰ ਬੋਨ ਆਫ ਕੰਟੈਂਸ਼ਨ ਬਣਾਇਆ ਬਿਟਵੀਨ ਪੰਜਾਬ ਐਂਡ ਹਰਿਆਣਾ, ਜਿਹਨੇ ਚੰਡੀਗੜ੍ਹ ਦਾ ਡਿਸਪਿਊਟ ਖੜਾ ਕੀਤਾ। ਸ਼ਾਹ ਕਮਿਸ਼ਨ ਨੇ 1961 ਦੇ ਸੈਂਸਸ ਨੂੰ ਆਧਾਰ ਮੰਨਿਆ ਔਰ ਜੇ ਉਸ ਟਾਈਮ 1961 ਦੇ ਸੈਂਸਸ ਦੇ ਵਿੱਚ ਜਿਹੜਾ ਚੰਡੀਗੜ੍ਹ ਦੀ ਜਿਹੜੀ ਮੈਜੋਰਿਟੀ ਬੋਲੀ ਜਾਂਦੀ ਭਾਸ਼ਾ ਸੀ ਉਹ ਹਿੰਦੀ ਸੀ। 55.5% ਦੇ ਲਗਭਗ ਹਿੰਦੀ ਬੋਲਣ ਵਾਲੇ ਲੋਕ ਸੀ। ਸੋ ਨੈਚੁਰਲੀ ਉਹ ਸੈਂਸਸ ਦੇ ਆਧਾਰ 'ਤੇ ਜਿਹੜਾ ਚੰਡੀਗੜ੍ਹ ਸੀ ਉਹ ਹਿੰਦੀ ਬੋਲਦੇ ਇਲਾਕਿਆਂ ਦੇ ਵਿੱਚ ਆਉਣਾ ਸੀ ਔਰ ਉਹ ਹਰਿਆਣਾ ਨੂੰ ਦਿੱਤਾ ਜਾਣਾ ਸੀ। ਸ਼ਾਹ ਕਮਿਸ਼ਨ ਦੇ 3 ਮੈਂਬਰ ਸੀ, ਤਿੰਨਾਂ ਦੇ ਵਿੱਚੋਂ ਦੋਵਾਂ ਨੇ ਇਸ ਚੀਜ਼ ਨੂੰ ਕਿਹਾ ਕਿ ਜਿਹੜਾ ਚੰਡੀਗੜ੍ਹ ਆ ਉਹ ਹਰਿਆਣੇ ਦਾ ਹਿੱਸਾ ਹੈ। ਕਿਸ ਆਧਾਰ 'ਤੇ? ਕਿਉਂਕਿ ਚੰਡੀਗੜ੍ਹ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਔਰ ਉਹ ਹਿੰਦੀ ਬੋਲਣ ਦਾ ਆਧਾਰ ਉਹਨਾਂ ਨੇ ਲਿਆ ਉਹ ਸੈਂਸਸ ਤੋਂ 1961 ਤੋਂ, ਜਿਸ ਸੈਂਸਸ ਨੂੰ ਆਪਣੀ ਪਾਰਲੀਮੈਂਟ ਦੇ ਵਿੱਚ ਵੀ ਰਿਲਾਇਬਲ ਨਹੀਂ ਮੰਨਿਆ ਗਿਆ। ਸੋ ਇੱਥੋਂ ਸ਼ੁਰੂ ਹੁੰਦਾ ਆ ਇੱਕ ਬਹੁਤ ਲੰਬਾ ਚੌੜਾ ਡਿਸਪਿਊਟ ਜਿਹੜਾ ਅੱਜ ਤੱਕ ਚੱਲੀ ਆਉਂਦਾ ਹੈ। ਨਾਲ ਹੀ ਇੱਕ ਹੋਰ ਡਿਸਪਿਊਟ ਜਿਹੜਾ ਇੱਕ ਕਾਰਨ ਇਹ ਹੈ ਵੀ ਸ਼ਾਹ ਕਮਿਸ਼ਨ ਦੇ ਵਿੱਚ ਜਦੋਂ ਵੰਡ ਹੋਣੀ ਸੀ, ਬਾਉਂਡਰੀਜ਼ ਡਿਸਾਈਡ ਹੋਣੀਆਂ ਸੀ, ਉਸ ਟਾਈਮ ਜੇ ਕਿਸੇ ਚੀਜ਼ ਨੂੰ ਯੂਨਿਟ ਮੰਨਿਆ ਜਾਣਾ ਸੀ ਉਹ ਪਿੰਡ ਨੂੰ ਮੰਨਿਆ ਜਾਣਾ ਸੀ, ਬਟ ਤਹਿਸੀਲਾਂ ਨੂੰ ਪਿੰਡ ਮੰਨਿਆ ਗਿਆ। ਸ਼ਾਹ ਕਮਿਸ਼ਨ ਨੇ ਪੂਰੀ ਤਹਿਸੀਲ ਨੂੰ, ਤਹਿਸੀਲ ਦੇ ਵਿੱਚ ਜਿੰਨੇ ਵੀ 20, 25, 30, 40 ਜਿੰਨੇ ਪਿੰਡ ਆਉਂਦੇ ਸੀ, ਪੂਰੀ ਤਹਿਸੀਲ ਨੂੰ ਯੂਨਿਟ ਮੰਨ ਲਿਆ, ਨਾ ਕਿ ਇੱਕ ਪਿੰਡ ਨੂੰ। ਹੁਣ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ 5 ਪਿੰਡਾਂ ਬਾਅਦ ਜਾ ਕੇ ਵੀ ਭਾਸ਼ਾ ਦਾ ਥੋੜ੍ਹਾ ਬੜਾ ਬਦਲ ਹੋ ਜਾਂਦਾ ਹੈ। ਭਾਸ਼ਾ ਜਿਹੜੀ ਆ ਉਹ ਏਰੀਆ ਦੇ ਅਕੋਰਡਿੰਗਲੀ ਆਪਾਂ ਜਾਣਦੇ ਆ ਬਦਲਦੀ ਹੈ। ਪਰ ਸ਼ਾਹ ਕਮਿਸ਼ਨ ਨੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਪੂਰੇ ਦਾ ਪੂਰਾ ਤਹਿਸੀਲ ਨੂੰ ਹੀ ਇੱਕ ਯੂਨਿਟ ਮੰਨ ਕੇ ਡਿਸਾਈਡ ਕਰ ਲਿਆ ਵੀ ਇਹ ਪੂਰੀ ਤਹਿਸੀਲ ਜਿਹੜੀ ਹੈ ਇਹ ਹਰਿਆਣਾ ਨੂੰ ਜਾਏਗੀ ਜਾਂ ਪੰਜਾਬ ਨੂੰ ਜਾਏਗੀ, ਜਿਹਦੇ ਨਾਲ ਵੀ ਡਿਸਪਿਊਟ ਅਰਾਈਜ਼ ਹੋਣੇ ਚਾਹੀਦੇ ਸੀ, ਜਦ ਕਿ ਯੂਨਿਟ ਮੰਨਿਆ ਜਾਣਾ ਚਾਹੀਦਾ ਸੀ ਸਿਰਫ ਔਰ ਸਿਰਫ ਪਿੰਡਾਂ ਨੂੰ। ਸ਼ਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਬਣਦਾ ਹੈ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਟ 1966। ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 2 ਕੰਟਰੋਵਰਸੀ ਸੀਗੀਆਂ, ਜਾਂ ਆਪਾਂ ਕਹਿ ਲਈਏ 2 ਮੁੱਦੇ ਸੀ ਜਿਹੜੇ ਅੱਜ ਤੱਕ ਪੰਜਾਬ ਦਾ ਕੰਸਰਨ ਬਣੇ ਹੋਏ ਆ। ਪਹਿਲਾ ਮੁੱਦਾ ਸੀ ਚੰਡੀਗੜ੍ਹ ਦਾ। ਸੈਂਟਰ ਦੀ ਸਰਕਾਰ ਨੇ, ਕਿਉਂਕਿ ਚੰਡੀਗੜ੍ਹ ਜਿਹੜਾ ਸੀ 2 ਮੈਂਬਰ ਕਮਿਸ਼ਨ ਦੇ ਕਹਿੰਦੇ ਸੀ ਹਰਿਆਣਾ ਨੂੰ ਜਾਣਾ ਚਾਹੀਦਾ ਔਰ ਇੱਕ ਕਹਿੰਦੇ ਸੀ ਕਿ ਪੰਜਾਬ ਦਾ ਹੋਣਾ ਚਾਹੀਦਾ।
ਸੋ ਸੈਂਟਰ ਦੀ ਸਰਕਾਰ ਨੇ ਇੱਕ ਤਰ੍ਹਾਂ ਨਾਲ ਪੂਰੇ ਟੈਂਗਲ ਨੂੰ ਸੋਲਵ ਕਰਨ ਦੀ ਕੋਸ਼ਿਸ਼ ਦੇ ਵਿੱਚ ਚੰਡੀਗੜ੍ਹ ਨੂੰ ਯੂਟੀ ਡਿਕਲੇਅਰ ਕਰ ਦਿੱਤਾ। ਨਾ ਹਰਿਆਣਾ ਨੂੰ ਦਿੱਤਾ, ਨਾ ਪੰਜਾਬ ਨੂੰ, ਸਾਂਝੀ ਰਾਜਧਾਨੀ, ਔਰ ਚੰਡੀਗੜ੍ਹ ਜਿਹੜਾ ਸੀ ਉਹ ਯੂਟੀ ਬਣ ਗਿਆ ਕਿ ਸੈਂਟਰ ਦੀ ਸਰਕਾਰ ਉਹਨੂੰ ਚਲਾਏਗੀ। ਦੂਸਰੀ ਜੋ ਚੀਜ਼ ਇਸ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਪੰਜਾਬ ਨੂੰ ਸਹੀ ਨਹੀਂ ਲੱਗੀ ਉਹ ਇਹ ਸੀ ਪੰਜਾਬ ਦੇ ਪਾਣੀਆਂ ਦਾ ਮੁੱਦਾ। ਜਿਹੜੇ ਪੰਜਾਬ ਦੇ ਪਾਣੀ ਸੀ, ਹਾਈਡਲ ਪਾਵਰ, ਪੰਜਾਬ ਦੇ ਦਰਿਆ, ਇਰੀਗੇਸ਼ਨ, ਹਰ ਇੱਕ ਦੀ ਕੰਟਰੋਲ ਜਿਹੜਾ ਸੀ ਉਹ ਸੈਂਟਰ ਦੀ ਸਰਕਾਰ ਨੇ ਆਪਣੇ ਕੋਲ ਲੈ ਲਿਆ। ਬਟ ਇਹ ਜਿਹੜਾ ਪਾਣੀ ਦਾ ਮੁੱਦਾ ਅਲੱਗ ਵਿਸ਼ਾ ਆ, ਪਰ ਇਸ ਨੂੰ ਆਪਾਂ ਅਲੱਗ ਕਰਕੇ ਨਹੀਂ ਦੇਖ ਸਕਦੇ। ਚੰਡੀਗੜ੍ਹ ਔਰ ਪਾਣੀ ਦਾ ਮੁੱਦਾ ਜਿਹੜਾ ਉਹ ਇਕੱਠੇ ਦਾ ਇਕੱਠਾ ਹੀ ਤੁਰਿਆ ਆਉਂਦਾ ਹੈ। ਪਰ ਇਸ ਵੀਡੀਓ 'ਚ ਆਪਾਂ ਸਿਰਫ ਚੰਡੀਗੜ੍ਹ ਦੀ ਗੱਲ ਤੇ ਕੇਂਦਰਿਤ ਰਵਾਂਗੇ। ਸੋ 1966 ਤੋਂ ਬਾਅਦ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ। ਪੰਜਾਬ ਦੀ ਰੀਆਰਗੇਨਾਈਜੇਸ਼ਨ ਐਕਟ ਨੇ ਇਹਨੂੰ ਯੂਟੀ ਬਣਾ ਦਿੱਤਾ। ਇਸ ਤੇ ਬਹੁਤ ਕੰਟਰੋਵਰਸੀਜ਼ ਬਾਅਦ ਵਿੱਚ ਅਰਾਈਜ਼ ਹੋਈਆਂ, ਇਹਦੇ ਤੇ ਬਹੁਤ ਡਿਸੈਂਟ ਵੀ ਅਰਾਈਜ਼ ਹੋਏ ਔਰ ਇਹਨੂੰ ਇੱਕ ਬਾਇਸਡ ਡਿਸੀਜਨ ਕਿਹਾ ਗਿਆ ਸੈਂਟਰ ਵੱਲੋਂ। ਬਾਇਸਡ ਡਿਸੀਜਨ ਕਿਉਂ ਕਿਹਾ ਗਿਆ? ਕਿਉਂਕਿ ਪੰਜਾਬ ਨੇ ਇੱਕ ਵਾਰੀ 1947 ਦੇ ਵਿੱਚ ਸੰਤਾਪ ਹੰਡਾਇਆ ਸੀ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਾਨੀ ਮਾਲੀ ਨੁਕਸਾਨ ਸਿਆਸੀ। ਸੋ ਇੱਕ ਤਾਂ ਪੰਜਾਬ ਦੀ ਰਾਜਧਾਨੀ ਉਸ ਟਾਈਮ ਲਾਹੌਰ ਜਿਹੜੀ ਸੀ ਉਹ ਪਾਕਿਸਤਾਨ 'ਚ ਰਹਿ ਗਈ। ਉਸ ਤੋਂ ਬਾਅਦ ਕੁਝ ਸਮੇਂ ਦੇ ਲਈ ਪੰਜਾਬ ਦੀ ਰਾਜਧਾਨੀ ਸ਼ਿਮਲਾ ਸੀ। ਉਹ ਸ਼ਿਮਲਾ ਵੀ ਜਿਹੜਾ ਸੀ ਉਹ ਹਰਿਆਣਾ ਨੂੰ, ਉਹ ਹਿਮਾਚਲ ਨੂੰ ਦੇ ਦਿੱਤਾ ਗਿਆ। ਸੋ ਇਹ ਵੀ ਇੱਕ ਸੀ। ਸੋ ਪੰਜਾਬ ਦੀ ਆਪਣੀ ਰਾਜਧਾਨੀ ਬਣਾਈ ਗਈ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਵੱਲੋਂ ਚੰਡੀਗੜ੍ਹ, ਇੱਕ ਬੇਹੱਦ ਖੂਬਸੂਰਤ ਪੱਥਰਾਂ ਦਾ ਸ਼ਹਿਰ ਜਿਹਨੂੰ ਬਾਅਦ ਵਿੱਚ ਸਰਕਾਰਾਂ ਨੇ ਬਹੁਤ ਸਟ੍ਰੈਟੇਜਿਕਲੀ ਡਿਸਪਿਊਟਡ ਏਰੀਆ ਬਣਾ ਦਿੱਤਾ। ਸੋ ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦਾ ਹੱਕ ਸੀ। ਯੂਜ਼ਲੀ ਭਾਰਤ ਦੇ ਵਿੱਚ ਹੁੰਦਾ ਵੀ ਐਵੇਂ ਆਇਆ ਸੀ ਵੀ ਜਦੋਂ ਕੋਈ ਵੀ ਵੰਡ ਹੁੰਦੀ ਸੀ, ਜਿਹੜੀ ਜਿਵੇਂ ਮਹਾਰਾਸ਼ਟਰ ਐਂਡ ਗੁਜਰਾਤ ਪਹਿਲਾਂ ਇੱਕ ਹੁੰਦੇ ਸੀ, ਉਹਨਾਂ ਦੀ ਵੰਡ ਹੋਈ। ਮਹਾਰਾਸ਼ਟਰ ਦੀ ਜੋ ਰਾਜਧਾਨੀ ਬੰਬੇ ਸੀ ਉਹ ਬੰਬੇ ਮਹਾਰਾਸ਼ਟਰ ਦੇ ਕੋਲ ਹੀ ਰਹੀ ਔਰ ਗੁਜਰਾਤ ਨੇ ਬਾਅਦ ਵਿੱਚ ਆਪਣੀ ਅਲੱਗ ਰਾਜਧਾਨੀ ਬਣਾਈ। ਇਸੇ ਤਰ੍ਹਾਂ ਬਹੁਤ ਸਾਰੀਆਂ ਐਗਜ਼ਾਮਪਲਸ ਮੈਂ ਦੇ ਸਕਦੀ ਹਾਂ ਜਿਨ੍ਹਾਂ ਨੇ ਆਪਣੀਆਂ ਰਾਜਧਾਨੀਆਂ, ਜਿਹੜੀ ਨਵੀਂ ਸੂਬਾ ਬਣਦਾ ਸੀ ਉਹ ਆਪਣੀ ਰਾਜਧਾਨੀ ਆਪ ਬਣਾਉਂਦਾ ਸੀ। ਪਰ ਇੱਥੇ ਐਦਾਂ ਨਾ ਹੋਇਆ। ਸੋ ਅਗੇਨ ਫਿਰ ਉਹ ਕਨਸੈਪਟ ਜਿਹੜਾ ਆ ਕਿ ਦਿੱਲੀ ਪੰਜਾਬ ਨਾਲ ਵਿਤਕਰਾ ਕਰਦੀ ਹੈ, ਉਹ ਜਿਹੜੀ ਨੋਸ਼ਨ ਆ ਉਹ ਹਮੇਸ਼ਾ ਹੀ ਟਰੈਵਲ ਕਰਦੀ ਆਈ ਹੈ 1947 ਤੋਂ ਹੀ ਹੁਣ ਤੱਕ, ਜਿਹੜੀ ਪੰਜਾਬੀਆਂ ਦੇ ਮਨਾਂ 'ਚ ਟਰੈਵਲ ਕਰਦੀ ਆਈ ਹੈ ਕਿ ਦਿੱਲੀ ਪੰਜਾਬ ਨਾਲ ਵਿਤਕਰਾ ਕਰਦੀ ਹੈ। ਸੋ ਇਹ ਜਿਹੜੇ ਕਾਰਨ ਹੈ ਇਹ ਵਿਤਕਰੇ ਵਜੋਂ ਦੇਖੇ ਗਏ। ਚੰਡੀਗੜ੍ਹ ਨੂੰ ਯੂਟੀ ਬਣਾਉਣਾ ਔਰ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਬਾਇਸਡ ਕਿਉਂ ਕਿਹਾ ਗਿਆ? ਕਿਉਂਕਿ ਇੰਦਰਾ ਗਾਂਧੀ ਤੇ ਇਸ ਟਾਈਮ ਦੋਸ਼ ਲਗਾਏ ਅਕਾਲੀ ਲੀਡਰਸ਼ਿਪ ਨੇ ਐਂਡ ਆਪੋਜੀਸ਼ਨ ਨੇ ਕਿ ਇੱਕ ਕਮਿਊਨਲ ਐਂਗਲ ਤੋਂ ਇਹ ਜਿਹੜਾ ਐਕਟ ਆ ਬਣਾਇਆ ਗਿਆ, ਕਿਉਂਕਿ ਇੰਦਰਾ ਗਾਂਧੀ ਨੇ ਆਪਣੀ ਵੋਟਰਸ ਨੂੰ, ਹਿੰਦੀ ਵੋਟਰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਵੋਟ ਬੈਂਕ ਨੂੰ ਬਰਕਰਾਰ ਕਰਨ ਦੇ ਲਈ ਇੱਕ ਵਿਤਕਰਾ ਕੀਤਾ ਔਰ ਵਿਤਕਰੇ ਦੀ ਭਾਵਨਾ ਦੇ ਨਾਲ ਸਿੱਖ ਮਾਈਨੋਰਿਟੀ ਨੂੰ ਟਾਰਗੇਟ ਕਰਕੇ ਇੱਕ ਇਹ ਚੀਜ਼ ਬਣਾਈ ਗਈ। ਕਿਉਂਕਿ ਰਾਈਪੇਰੀਅਨ ਸਿਧਾਂਤ ਜਿਹੜਾ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਜਿੱਥੋਂ ਪਾਣੀ ਗੁਜ਼ਰਦਾ ਹੈ, ਪਾਣੀ ਨੂੰ ਔਰ ਮਿੱਟੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਜਿੱਥੋਂ ਪਾਣੀ ਗੁਜ਼ਰਦਾ ਉਸੇ ਧਰਤੀ ਦਾ ਹੀ ਉਹ ਬਿਲੋਂਗ ਕਰਦਾ। ਸੋ ਪੰਜਾਬ ਦਾ ਪਾਣੀ ਹੋਣਾ ਚਾਹੀਦਾ ਸੀ। ਸੋ ਪਾਣੀ ਜਿਹੜੇ ਸੀ ਉਹ ਹਰਿਆਣਾ ਨੂੰ ਫਰਦਰ ਐਂਡ ਰਾਜਸਥਾਨ ਨੂੰ ਡਿਸਟ੍ਰੀਬਿਊਸ਼ਨ ਕੀਤੀ ਗਈ। ਇਹ ਵੀ ਜਿਹੜਾ ਸੀ ਇਹ ਵਿਤਕਰਾ ਮੰਨਿਆ ਗਿਆ ਔਰ ਸਿਰਫ ਇਹਦੇ ਪਿੱਛੇ ਕਾਰਨ ਦੱਸਿਆ ਗਿਆ ਕਿ ਆਪਣੀਆਂ ਵੋਟ ਬੈਂਕ, ਆਪਣੀਆਂ ਵੋਟਾਂ ਜਿੱਤਣ ਦੇ ਲਈ ਇਹ ਐਂਗਲ ਜਿਹੜਾ ਸੀ ਇਹ ਕੱਢਿਆ ਗਿਆ ਸੀ ਇੰਦਰਾ ਗਾਂਧੀ ਜੀ ਵੱਲੋਂ। ਇਹ ਚੀਜ਼ ਜਿਹੜੀ ਉਹ ਕੀਤੀ ਗਈ ਹੈ। ਪਲੱਸ ਨਾਲ ਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਸ਼ਾਹ ਕਮਿਸ਼ਨ ਨੂੰ 1961 ਦਾ ਸੈਂਸਸ ਫੋਲੋ ਕਰਨ ਨੂੰ ਕਹਿ ਦਿੱਤਾ, ਜੋ ਕਿ ਰਿਲਾਇਬਲ ਨਹੀਂ ਸੀ। ਉਹਦੇ ਤੇ 1961 ਦੇ ਵਿੱਚ ਹੀ ਧਰਨੇ ਪ੍ਰਦਰਸ਼ਨ, ਐਜੀਟੇਸ਼ਨ ਹੋਈ ਸੀ ਕਿਉਂਕਿ ਉਸ ਸੈਂਸਸ ਨੂੰ ਰਿਲਾਇਬਲ ਨਹੀਂ ਸੀ ਮੰਨਿਆ ਜਾਂਦਾ। ਪਲੱਸ ਨਾਲ ਹੀ ਹੁਕਮ ਸਿੰਘ ਦੀ ਜਿਹੜੀ ਰਿਪੋਰਟ ਸੀ ਉਹਨੂੰ ਨਹੀਂ ਮੰਨਿਆ ਗਿਆ। ਪਲੱਸ ਤਹਿਸੀਲ ਨੂੰ ਯੂਨਿਟ ਮੰਨ ਲਿਆ ਗਿਆ, ਨਾ ਕਿ ਪਿੰਡਾਂ ਨੂੰ ਸ਼ਾਹ ਕਮਿਸ਼ਨ ਦੇ ਵਿੱਚ। ਸੋ ਇਸ ਕਰਕੇ ਪੰਜਾਬ ਰੀਆਰਗੇਨਾਈਜੇਸ਼ਨ 1966 ਦਾ ਐਕਟ ਜਦੋਂ ਪੰਜਾਬ ਨੂੰ ਯੂਟੀ ਬਣਾ ਦਿੱਤਾ, ਇਹਦੇ ਵਿੱਚ ਇੰਨੇ ਸਾਰੇ ਬਾਇਸ, ਇੰਨੇ ਸਾਰੇ ਡਿਸਪਿਊਟ ਨਿਕਲ ਕੇ ਆਏ, ਜਿਹੜੇ ਡਿਸਪਿਊਟ ਅੱਗੇ ਤੱਕ ਵੀ ਹੁਣ ਤੱਕ ਚੱਲਦੇ ਆ ਰਹੇ ਆ। ਇਹ ਵੀਡੀਓ ਜਿਹੜੀ ਆ ਬਹੁਤ ਲੰਬੀ ਹੋ ਜਾਏਗੀ, ਸੋ ਮੈਂ ਇਹਦਾ ਦੂਸਰਾ ਪਾਰਟ ਜਿਹੜਾ ਉਹ ਕੱਲ ਨੂੰ ਅਪਲੋਡ ਕਰ ਦਾਂਗੀ ਔਰ ਇੱਕ ਪਲੇਲਿਸਟ ਬਣਾ ਦਾਂਗੀ ਤਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਦੇਖ ਸਕੋ। ਇਹ ਵੀਡੀਓ ਮੈਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇਣ ਦੇ ਲਈ, ਕਿ ਪੂਰਾ ਕਨਸੈਪਟ ਐਕਸਪਲੇਨ ਕਰਨ ਦੇ ਲਈ ਬਣਾਈ ਹੈ। ਆਈ ਹੋਪ ਤੁਸੀਂ ਪਸੰਦ ਕਰੋਗੇ ਔਰ ਕੱਲ ਦੀ ਵੀਡੀਓ ਦਾ ਵੀ ਇੰਤਜ਼ਾਰ ਕਰੋਗੇ। ਮੈਂ ਇਹਦੇ ਵਿੱਚ ਕੱਲ੍ਹ ਨੂੰ ਜੋ ਗੱਲ ਕਰਾਂਗੇ ਉਹ ਕਰਾਂਗੇ ਵੀ 1966 ਦੇ ਵਿੱਚ ਪੰਜਾਬ ਨੂੰ ਪੰਜਾਬੀ ਬੋਲਦਾ ਸੂਬਾ ਤਾਂ ਮਿਲ ਗਿਆ, ਪਰ ਉਸ ਤੋਂ ਅੱਗੇ ਕੀ ਹੋਇਆ, ਕਿਵੇਂ ਹੋਈ ਸਿਆਸਤ ਔਰ ਕਿਵੇਂ ਸਿਆਸਤ ਨੇ ਸਾਰਾ ਪੱਠਾ ਬਿਠਾ ਦਿੱਤਾ। ਥੈਂਕ ਯੂ ਸੋ ਮਚ ਫॉर ਵਾਚਿੰਗ।